ਧੰਨ ਗੁਰੂ ਅਰਜਨ ਪਾਤਸ਼ਾਹ ਜੀ, ਜਿਵੇਂ ਕਿ ਜੋ ਪਿਛਲਾ ਮਹੀਨਾ ਬਤੀਤ ਹੋਇਆ ਹੈ ਅਸੁਨ ਦਾ, ਉਸ ਵਿੱਚ ਇੱਕ ਚਾਉ ਪੇਸ਼ ਕੀਤਾ ਸੀ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ, ਜਾਏ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਈ। ਮੇਰੇ ਅੰਦਰ ਚਾਉ ਹੈ, ਮੈਂ ਗੁਰੂ ਦੇ ਦੁਆਰ ਨੂੰ ਤੁਰੀ ਆਉਂਦੀ ਹਾਂ। ਉਸ ਚਾਉ ਦੇ ਨਾਲ ਨਾਲ ਇੱਕ ਤੀਬਰ ਪਿਆਸ ਹੈ ਕਿ ਮਾਲਕਾ ਤੇਰਾ ਦੀਦਾਰ ਹੋ ਜਾਏ। ਤੇ ਮੇਰੇ ਤੇ ਕਿਰਪਾ ਕਰੋ ਗੁਰੂ ਸਾਹਿਬ ਜੀ, ਮੈਨੂੰ ਕੋਈ ਤਰੀਕਾ, ਕੋਈ ਜੁਗਤ ਬਖਸ਼ੋ ਜਿਸ ਨਾਲ ਮੇਰੀ ਵੀ ਗੱਲ ਬਣ ਜਾਏ। ਤੇ ਸਾਹਿਬ ਕਹਿੰਦੇ ਨੇ ਵੀ ਗੁਰੂ ਸਹਾਈ ਹੁੰਦਾ ਹੈ, ਉਸ ਸੱਚੇ ਪ੍ਰੇਮ ਦੇ ਵਿੱਚ ਸਹਾਈ ਹੁੰਦਾ ਹੈ, ਮਦਦਗਾਰ ਹੁੰਦਾ ਹੈ। ਜੇ ਤੇਰੇ ਅੰਦਰ ਪਿਆਸ ਹੈ ਤੇ ਗੁਰੂ ਦਾ ਦਰ ਤੱਕ ਸੰਤ ਸਹਾਈ ਪ੍ਰੇਮ ਕੇ ਹੋਂ ਤਿਨਕਾ ਲਾਗਾ ਪਾਏ। ਜਿਹੜਾ ਇਸ ਤਰੀਕੇ ਨਾਲ ਚੱਲਦਾ ਹੈ, ਸਾਹਿਬ ਉਸ ਦੇ ਬਾਬਤ ਕਹਿੰਦੇ ਨੇ, ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ। ਜਿਨ੍ਹਾਂ ਤੇ ਮਾਲਕ ਦੀ ਮਹਿਰਾਮਤ ਹੋ ਜਾਏ ਉਹ ਸੁਖ ਨਾਲ ਵਸਦੇ। ਪਰ ਕੱਤਕ ਮਹੀਨੇ ਦੀ ਸ਼ੁਰੂਆਤ 'ਚ ਆਪ ਨੇ ਦ੍ਰਿਸ਼ਟਾਂਤ ਵੀ ਦੇਖੋ, ਗੁਰੂ ਦਾ ਕਾਰਜ ਹੈ ਗਿਆਨ ਦੇਣਾ। ਗੁਰੂ ਮਤ ਸਿਖਾ ਸਕਦਾ ਹੈ। ਇਸ ਲਈ ਤੇ ਅਸੀਂ ਕਹਿੰਦੇ ਹਾਂ, ਗੁਰਮਤਿ ਤੇ ਚੱਲੋ ਭਈ, ਗੁਰੂ ਦੀ ਮੱਤ ਦੇ ਦਾਇਰੇ 'ਚ ਆਓ। ਗੁਰੂ ਤਾਂ ਮੱਤ ਦੇ ਸਕਦਾ ਹੈ। ਇਸ ਦੇ ਲਈ ਮੈਂ ਆਜ਼ਾਦ ਹਾਂ ਕਿ ਮੈਂ ਉਸ ਮੱਤ ਨੂੰ ਮੰਨਦਾ ਹਾਂ ਕਿ ਨਹੀਂ। ਮੈਂ ਪਹਿਲ ਆਪਣੀ ਮੱਤ ਨੂੰ ਦਿੰਦਾ ਹਾਂ, ਮਨ ਮੱਤ ਨੂੰ ਦਿੰਦਾ ਹਾਂ ਕਿ ਗੁਰੂ ਦੀ ਮੱਤ ਨੂੰ ਦਿੰਦਾ। ਇਸ ਦੇ ਲਈ ਮੈਂ ਬਿਲਕੁਲ ਆਜ਼ਾਦ ਹਾਂ। ਅਸੀਂ ਚਾਹੀਏ ਤੇ ਬੈਠੀਏ, ਚਾਹੀਏ ਤੇ ਉੱਠ ਕੇ ਚੱਲ ਜਾਈਏ, ਇਸ 'ਚ ਸਾਨੂੰ ਕੋਈ ਨਹੀਂ ਰੋਕ ਸਕਦਾ। ਇਸ ਦੇ ਲਈ ਤੇ ਮੈਂ ਆਜ਼ਾਦ ਹਾਂ। ਇਹ ਹੁਣ ਮੇਰੀ ਸੋਚਣੀ ਹੈ ਕਿ ਮੈਂ ਕਿੱਥੋਂ ਕੀ ਗ੍ਰਹਿਣ ਕਰਨਾ ਹੈ, ਕੀ ਜ਼ਿਆਦਾ ਜ਼ਰੂਰੀ ਹੈ। ਇਸ ਦੇ ਵਿੱਚ ਗੁਰੂ ਕੁਛ ਨਹੀਂ ਕਰ ਸਕਦਾ। ਗੁਰੂ ਦਾ ਕਾਰਜ ਹੈ ਗਿਆਨ ਦੇਣਾ। ਗੁਰੂ ਤੁਹਾਨੂੰ ਧਿੱਕਾ ਜ਼ੋਰੀ ਸਿਖਾ ਨਹੀਂ ਸਕਦਾ। ਇਸ ਲਈ ਕਬੀਰ ਸਾਹਿਬ ਨੇ ਕਿਹਾ ਹੈ, ਕਬੀਰ ਸਾਚਾ ਸਤਿਗੁਰੂ ਕਿਆ ਕਰੇ ਜੋ ਸਿੱਖਾਂ ਮੈਂ ਝੂਕ। ਪੂਰਾ ਗੁਰੂ ਵੀ ਉੱਥੇ ਕੁਛ ਨਹੀਂ ਕਰ ਸਕਦਾ ਜੇ ਸਿੱਖਣ ਵਾਲਾ ਸਹੀ ਨਹੀਂ ਹੋਏਗਾ। ਸੋ ਪਹਿਲੀ ਗੱਲ ਇਹ ਹੈ ਕਿ ਗੁਰੂ ਗਿਆਨ ਦਾਤਾ ਹੈ। ਉਹ ਮੇਰੇ ਕਰਮਾਂ ਦੇ ਸੁਧਾਰ ਲਈ ਮੈਨੂੰ ਸੱਚ ਸਿਖਾ ਸਕਦਾ ਹੈ, ਇਸ਼ਾਰਾ ਦੇ ਸਕਦਾ ਵੀ ਇੱਧਰ ਨੂੰ ਜਾਣਾ ਹੈ, ਤੁਰਨਾ ਮੈਨੂੰ ਖੁਦ ਹੀ ਪਏਗਾ। ਹਾਂ, ਜਦੋਂ ਮੈਂ ਤੁਰ ਪਿਆ ਉਸ ਰਸਤੇ ਤੇ, ਗੁਰੂ ਫਿਰ ਹੋਰ ਮਦਦਗਾਰ ਹੋ ਜਾਂਦਾ, ਉਂਗਲ ਫੜ ਲੈਂਦਾ ਹੈ, ਗਾਂਹ ਗਾਂਹ ਮੈਨੂੰ ਲਈ ਜਾਂਦਾ ਹੈ। ਪਰ ਪਹਿਲਾ ਕਦਮ ਮੈਨੂੰ ਹੀ ਪੁੱਟਣਾ ਪਏਗਾ। ਮੰਦੇ ਰਸਤੇ ਨੂੰ ਵੀ ਪਹਿਲਾ ਪੈਰ ਮੈਂ ਹੀ ਪੁੱਟਦਾ ਹਾਂ ਤੇ ਚੰਗੇ ਰਸਤੇ ਨੂੰ ਵੀ ਮੈਂ ਹੀ ਪੁੱਟਦਾ ਹਾਂ। ਇਸ ਬਾਬਤ ਅਸੀਂ ਜਪਜੀ ਸਾਹਿਬ 'ਚ ਰੋਜ਼ਾਨਾ ਪੜ੍ਹਦੇ ਹਾਂ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਪ੍ਰਮਾਤਮਾ ਦੇ ਦਰ ਤੇ ਸਾਡੇ ਕੰਮਾਂ ਦਾ ਹੀ ਲੇਖਾ ਜੋਖਾ ਹੈ। ਤੇ ਕਰਮ ਕਿੱਦਾਂ ਬਣਦੇ? ਵਿਦਵਾਨ ਕਹਿੰਦੇ ਨੇ, ਜੋ ਅਸੀਂ ਕਰ ਲਿਆ ਨਾ, ਕੁਛ ਵੀ ਜੋ ਅਸੀਂ ਕਰਮ ਕਰ ਲਿਆ ਜਾਂ ਜੋ ਕੰਮ ਅਸੀਂ ਕਰਨ ਲੱਗ ਪਏ, ਉਸ ਕੰਮ 'ਚ ਸਾਡੀ ਰੁਚੀ ਵੱਧਦੀ ਜਾਂਦੀ ਹੈ। ਉਸ ਕੰਮ ਤੇ ਸਾਡੀ ਪਕੜ ਗਹਿਰੀ ਹੁੰਦੀ ਜਾਂਦੀ ਹੈ। ਤੇ ਜਿਹੜਾ ਕੰਮ ਅਸੀਂ ਛੱਡ ਦਈਏ, ਉਹ ਕੰਮ ਫਿਰ ਸਾਥੋਂ ਛੁੱਟਦਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਕੋਈ ਵਿਅਕਤੀ ਕਿਸੇ ਖਾਸ ਚੀਜ਼ ਦਾ ਮਾਹਰ ਹੈ। ਉਹ ਮਾਹਰ ਕਿਵੇਂ ਬਣਿਆ ਹੈ? ਉਹ ਕਹਿੰਦੇ ਜੀ, ਮੈਂ ਇਤਨੇ ਸਾਲਾਂ ਤੋਂ ਹਰ ਰੋਜ਼ ਇਹੀ ਕੰਮ ਕਰ ਰਿਹਾ ਹਾਂ। ਇਤਨੇ ਸਾਲਾਂ ਤੋਂ ਮੇਰੇ ਸੁਭਾਅ 'ਚ ਕੰਮ ਪੱਕ ਗਿਆ ਹੈ। ਹੁਣ ਤਾਂ ਮੈਂ ਨਾ ਵੀ ਧਿਆਨ ਦੇਵਾਂ ਤਾਂ ਵੀ ਬਿਲਕੁਲ ਇਨ ਬਿਨ ਸਹੀ ਹੀ ਹੋਏਗਾ, ਗਲਤ ਨਹੀਂ ਹੋ ਸਕਦਾ। ਕਰਮ ਪੱਕ ਗਿਆ ਹੈ। ਉਦਾਹਰਨ ਦੇ ਤੌਰ ਤੇ ਬਚਪਨ 'ਚ ਅਸੀਂ ਚੱਲਣਾ ਸਿੱਖਿਆ ਸੀ। ਉਦੋਂ ਬੜੇ ਠੇਡੇ ਲੱਗੇ ਸਨ, ਗਿਰੇ ਵੀ ਸਨ। ਹੁਣ ਤੇ ਅਸੀਂ ਅੱਖਾਂ ਮੀਟ ਕੇ ਵੀ ਕਿੰਨੀ ਲੰਮੀ ਦੂਰੀ ਤੈਅ ਕਰ ਸਕਦੇ ਹਾਂ, ਕਿਉਂਕਿ ਹੁਣ ਮੈਨੂੰ ਚੱਲਣ ਦਾ ਪੂਰਨ ਹਿਸਾਬ ਆ ਗਿਆ। ਤੁਸੀਂ ਕਹੋਗੇ ਵੀ ਇਹ ਕੀ ਉਦਾਹਰਨ ਸੀ? ਇਹ ਬਿਲਕੁਲ ਸਾਦੀ ਜੀ ਸਿੰਪਲ ਉਦਾਹਰਨ ਹੈ, ਬਾਕੀ ਸਭ ਉਦਾਹਰਨਾਂ ਵੱਧਦੀਆਂ ਜਾਣਗੀਆਂ। ਸਾਈਕਲ ਚਲਾਉਣਾ ਸਿੱਖਿਆ, ਬੜੇ ਗੋਡੇ ਚਲਾਏ, ਪਰ ਹੁਣ ਉਹ ਕਹਿੰਦੇ ਜੀ ਮੈਂ ਹੱਥ ਛੱਡ ਕੇ ਵੀ ਚਲਾ ਲੈਂਦਾ। ਪਹਿਲਾਂ ਦੋਨੋਂ ਹੱਥ ਫੜ ਕੇ ਵੀ ਗਿਰ ਜਾਂਦਾ ਸੀ, ਪਰ ਹੁਣ ਹੱਥ ਛੱਡ ਕੇ ਵੀ ਮੈਂ ਲੰਮੀ ਦੂਰੀ ਤੈਅ ਕਰ ਲੈਂਦਾ। ਮੈਨੂੰ ਇਤਨਾ ਵੱਲ ਆ ਗਿਆ, ਚਲਾਉਣਾ ਆ ਗਿਆ।
ਕੀ ਹੈ, ਜਿਸ ਕਰਮ ਨੂੰ ਮੈਂ ਕਰਦਾ ਗਿਆ ਉਸ 'ਚ ਮੈਨੂੰ ਮਹਾਰਤ ਹੋ ਗਈ। ਤੇ ਜਿਹੜਾ ਕੰਮ ਅਸੀਂ ਛੱਡ ਦਿੱਤਾ ਹੈ ਉਸ 'ਚ ਅਸੀਂ ਕਿੱਡੇ ਵੀ ਮਾਹਰ ਸੀ, ਉਹ ਬਿਲਕੁਲ ਹੀ ਅਸੀਂ ਉਸ ਪਾਸੋਂ ਕੋਰੇ ਹੋਣ ਲੱਗ ਗਏ। ਜੋ ਛੱਡ ਦਾਂਗੇ ਉਹ ਸਰੀਰ ਛੱਡਦਾ ਜਾਏਗਾ। ਮਨ ਦਾ ਸੁਭਾਅ ਇਨ ਬਿਨ ਇਵੇਂ ਹੀ ਹੈ, ਜਿਹੜੇ ਪਾਸੇ ਨੂੰ ਮਨੁੱਖ ਦਾ ਮਨ ਤੁਰ ਪਏ ਉਸ ਨੂੰ ਸੰਭਾਲਦਾ ਰਹਿੰਦਾ ਹੈ, ਦੂਜਾ ਛੱਡਦਾ ਰਹਿੰਦਾ ਹੈ। ਜੇ ਕੋਈ ਸੱਚ ਵੱਲ ਨੂੰ ਤੁਰ ਪਏਗਾ ਤੇ ਮਨੁੱਖ ਦਾ ਮਨ ਸੱਚ ਸੰਭਾਲਦਾ ਰਹੇਗਾ, ਤੁਹਾਨੂੰ ਫਿਰ ਰੋਜ਼-ਰੋਜ਼ ਉਠਾਉਂਦਾ ਰਹੇਗਾ ਵੀ ਟਾਈਮ ਹੋ ਗਿਆ ਚਲੀਏ ਗੁਰਦੁਆਰੇ। ਤੇ ਜੇ ਮਨ ਇਸ ਪਾਸੇ ਨੂੰ ਛੱਡ ਕੇ ਦੂਜੇ ਪਾਸੇ ਨੂੰ ਹੋ ਗਿਆ ਤੇ ਤੁਸੀਂ ਕਿਤਨੀ ਵੀ ਜਾਗ ਆਉਂਦੀ ਹੋਏ ਮਨ ਫਿਰ ਸਮਾ ਦੇਗਾ, ਇੱਧਰ ਤੇ ਅਸੀਂ ਜਾਣਾ ਹੀ ਕੋਈ ਨਹੀਂ। ਜੋ ਛੁੱਟ ਜਾਏਗਾ ਉਹ ਛੁੱਟਦਾ ਜਾਏਗਾ, ਜਿਸ ਨੂੰ ਤੁਸੀਂ ਫੜ ਲਿਆ ਉਹ ਪਕੜ 'ਚ ਆਉਂਦਾ ਜਾਏਗਾ। ਕਰਮ ਫਿਲਾਸਫੀ ਇਤਨੀ ਹੀ ਹੈ, ਜਿਸ ਰਸਤੇ ਨੂੰ ਤੁਸੀਂ ਤੈਅ ਕਰੋਗੇ ਉਹੀ ਰਸਤਾ ਮੰਜ਼ਿਲ ਤੱਕ ਜਾਏਗਾ ਲੈ ਕੇ। ਤੁਸੀਂ ਤੈਅ ਕਰ ਰਹੇ ਹੋ, ਪਾਪ ਦੀ ਮੰਜ਼ਿਲ ਵੀ ਹੋ ਸਕਦੀ ਹੈ ਤੇ ਪੁੰਨ ਦੀ ਵੀ ਹੋ ਸਕਦੀ ਹੈ। ਸਾਹਿਬ ਨੇ ਇਸ 'ਚ ਦੋਨਾਂ ਦੀ ਗੱਲ ਕੀਤੀ। ਇੱਕ ਜੋ ਪਾਪ ਦੀ ਮੰਜ਼ਿਲ ਤੈਅ ਕਰ ਰਹੇ ਨੇ, ਅਗਿਆਨਤਾ ਦੇ ਵਸ ਔਗੁਣਾਂ ਦੇ ਵਿਹੜੇ ਜਾ ਬੈਠੇ ਨੇ, ਜਾਂ ਫਿਰ ਜਿਨ੍ਹਾਂ ਗੁਰੂ ਕੋ ਸਿੱਖਿਆ ਲੈ ਕੇ ਕੁਝ ਗੁਣ ਕਮਾਏ ਨੇ। ਪਰਮਾਤਮਾ ਦੇਖ ਰਿਹਾ, ਉਹ ਸਾਖੀ ਹੈ, ਉਹ ਮੇਰੇ ਹਰੇਕ ਕਰਮ ਦਾ ਜਾਣਕਾਰ ਹੈ, ਪਰ ਇੰਟਰਫੇਰੈਂਸ ਨਹੀਂ ਕਰਦਾ ਵਿੱਚ, ਉਹ ਵਿੱਚ ਨਹੀਂ ਆ ਰਿਹਾ। ਥਾਂ ਥਾਂ ਤੇ ਮੈਨੂੰ ਇਸ਼ਾਰੇ ਵੀ ਦਿੰਦਾ ਰਹਿੰਦਾ ਹੈ। ਅੰਦਰ ਦਾ ਜੋ ਆਤਮ ਤੱਤ ਹੈ ਉਹ ਮੈਨੂੰ ਇਸ਼ਾਰਾ ਕਰਦਾ ਹੈ ਸਹੀ ਅਤੇ ਗਲਤ ਦਾ। ਗਲਤ ਕਰਦਿਆਂ ਹੀ ਘਬਰਾਹਟ ਛਿੜ ਜਾਏਗੀ ਸ਼ੁਰੂ 'ਚ, ਪਰ ਜੇ ਤੁਸੀਂ ਉਹੀ ਗਲਤ ਰੋਜ਼ ਕਰਦੇ ਜਾਓਗੇ ਤਾਂ ਸੁਭਾਅ 'ਚ ਹੋ ਜਾਏਗਾ ਹੁਣ ਨਹੀਂ ਘਬਰਾਹਟ ਹੁੰਦੀ। ਹੁਣ ਘਬਰਾਹਟ ਮੁੱਕ ਗਈ ਹੈ। ਜੋ ਚੋਰ ਪਹਿਲੇ ਦਿਨ ਚੋਰੀ ਕਰ ਰਿਹਾ ਹੈ ਬਹੁਤ ਡਰਿਆ ਹੋਏਗਾ, ਉਹੀ ਚੋਰ 100ਵੇਂ ਦਿਨ ਜਦੋਂ ਚੋਰੀ ਕਰ ਰਿਹਾ ਹੋਏਗਾ ਉਹ ਕਹਿੰਦਾ ਇਉਂ ਲੱਗਦਾ ਆਪਣਾ ਹੀ ਘਰ ਹੈ, ਕੋਈ ਮੁਸ਼ਕਿਲ ਨਹੀਂ, ਬੜੇ ਆਰਾਮ ਨਾਲ ਫਿਰ ਰਿਹਾ। ਤੁਸੀਂ ਘਬਰਾ ਜਾਓਗੇ ਅਸੀਂ ਗਲਤ ਕਰਤੇ ਨਹੀਂ ਆ ਗਏ। ਚੋਰ ਨਹੀਂ ਘਬਰਾਏਗਾ। ਜਦੋਂ ਆਦਤ ਪੱਕ ਗਈ ਹੈ ਉਦੋਂ ਅੰਦਰ ਦੀ ਆਵਾਜ਼ ਆਉਣੋਂ ਹੌਲੀ ਹੌਲੀ ਇਤਨੀ ਮੱਧਮ ਹੋ ਜਾਂਦੀ ਕਿ ਅਸੀਂ ਸੁਣ ਹੀ ਨਹੀਂ ਪਾਉਂਦੇ। ਸ਼ੁਰੂ ਵਿੱਚ ਉਹ ਆਵਾਜ਼ ਬਹੁਤ ਤੇਜ਼ ਹੈ, ਇਸ ਲਈ ਜਰਾ ਵੀ ਤੁਸੀਂ ਗਲਤ ਰਸਤੇ ਤੁਰੋ, ਜਰਾ ਵੀ ਕੁਝ ਗਲਤ ਕਰੋ, ਅੰਦਰ ਬੜਾ ਛੇਤੀ ਕੰਬਣ ਲੱਗ ਜਾਏਗਾ। ਬੜੀ ਛੇਤੀ ਇੱਕਦਮ ਹੀ ਤੁਹਾਨੂੰ ਦੱਸ ਦੇਗਾ ਵੀ ਗਲਤ ਹੋ ਰਿਹਾ, ਕੁਛ ਰਹਿਣ ਦੇ। ਉਹ ਵੱਖਰੀ ਗੱਲ ਹੈ ਵੀ ਮਨ ਉਸ ਨੂੰ ਸੁਣੇ ਜਾਂ ਨਾ ਸੁਣੇ। ਆਤਮ ਤੱਤ ਅੰਦਰੋਂ ਆਵਾਜ਼ ਦਿੰਦਾ ਹੈ। ਸਾਹਿਬ ਕਹਿੰਦੇ ਪ੍ਰਮਾਤਮਾ ਫਿਰ ਵੀ ਤੈਨੂੰ ਸਿਖਾ ਰਿਹਾ ਹੈ, ਚਾਹੇ ਤੂੰ ਕਿਸੇ ਰਸਤੇ ਤੇ ਹੋਏ, ਪਰ ਇੰਟਰਫੇਰੈਂਸ ਨਹੀਂ ਕਰਦਾ, ਤੈਨੂੰ ਰੋਕ ਨਹੀਂ ਦਿੰਦਾ, ਲੰਗੜਾ ਨਹੀਂ ਕਰ ਦਿੰਦਾ। ਜੇ ਕੋਈ ਵੇਸ਼ਵਾ ਦੇ ਘਰ ਮਾੜੇ ਘਰ ਜਾ ਰਿਹਾ ਤਾਂ ਉਸਨੂੰ ਲੰਗੜਾ ਨਹੀਂ ਕਰਦਾ, ਜਾ ਰਿਹਾ ਅਜਾਮਲ ਜਾ ਰਿਹਾ ਤੇ ਜਾ ਰਿਹਾ। ਹਾਂ, ਸੂਝ ਉਹ ਦਿੰਦਾ ਹੈ, ਜਿਸਨੇ ਸਾਂਭ ਲਈ ਉਹ ਤਰ ਵੀ ਜਾਏਗਾ, ਉਹ ਅਜਾਮਲ ਪਾਪੀ ਨਹੀਂ ਰਹੇਗਾ। ਫਿਰ ਇਸ ਬਾਬਤ ਪੰਚਮ ਪਾਤਸ਼ਾਹ ਜੀ ਸਾਨੂੰ ਗਿਆਨ ਕਰਾ ਰਹੇ ਨੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਕੱਤਕ ਮਹੀਨੇ ਦਾ ਉਪਦੇਸ਼ ਹੈ। ਸਾਹਿਬ ਕਹਿੰਦੇ ਕੀਤੇ ਹੋਏ ਕਰਮਾਂ ਦਾ ਤੂੰ ਦੋਸ਼ ਕਿਸੇ ਦੂਸਰੇ ਦੇ ਸਿਰ ਨਹੀਂ ਮੜ ਸਕਦਾ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਹਦਾ ਦਰਬਾਰ ਬੜਾ ਸੱਚਾ ਹੈ ਤੇ ਉਹ ਆਪ ਵੀ ਸੱਚਾ ਹੈ, ਉੱਥੇ ਬੇਈਮਾਨੀ ਨਹੀਂ ਹੁੰਦੀ, ਬਿਲਕੁਲ ਵੀ ਨਹੀਂ, ਰੱਤਾ ਭਰ ਵੀ ਨਹੀਂ ਹੁੰਦੀ। ਇਹ ਸੰਸਾਰ ਹੀ ਹੈ ਬੇਈਮਾਨੀਆਂ ਦੇ ਲਈ। ਮੈਂ ਕੱਲ ਹੀ ਦੇਖ ਰਿਹਾ ਸੀ ਵੀ ਅੱਜ ਕੱਲ ਪਰਸੋਂ ਇਲੈਕਸ਼ਨ ਹੋਏ ਨੇ, ਉਹਨਾਂ ਨੇ ਪੂਰੀ ਵੀਡੀਓਗ੍ਰਾਫੀ ਕੀਤੀ ਤੇ ਜਿਹੜਾ ਬੰਦਾ ਹਾਰ ਰਿਹਾ ਸੀ ਉਹਨੂੰ ਲੱਗ ਗਿਆ ਨਾ ਵੀ ਹੁਣ ਕੰਮ ਨੇੜੇ ਆ ਗਿਆ, ਜਿੱਤੇ ਵਾਲੇ ਦੀਆਂ ਪਰਚੀਆਂ ਪਾੜਤੀਆਂ, ਫਟਾਫਟ ਫੜੋ ਜਿਹਦੀਆਂ ਪਰਚੀਆਂ ਹੀ ਪਾੜ ਦਿਓ, ਅਸੀਂ ਨਹੀਂ ਜਿੱਤ ਰਹੇ, ਤੈਨੂੰ ਵੀ ਨਹੀਂ ਜਿੱਤਣ ਦੇਣਾ। ਸਾਡੀਆਂ ਮੂਰਖਤਾਈਆਂ ਨੇ। ਇੱਥੇ ਤੇ ਝੂਠੇ ਵੀ ਸੱਚੇ ਹੋ ਸਕਦੇ, ਇੱਥੇ ਝੂਠੇ ਸੱਚੇ ਹੋ ਸਕਦੇ। ਇੱਥੇ ਚਾਰ ਛਲੜਾ ਤੁਸੀਂ ਸੁੱਟੋ, ਤੁਹਾਡਾ ਨਾਮ ਲੋਕ ਜਪਣ ਲੱਗ ਜਾਣਗੇ।
ਪਰ ਪ੍ਰਮਾਤਮਾ ਦੇ ਘਰ ਐਸਾ ਨਹੀਂ ਹੈ। ਸਾਹਿਬ ਕਹਿੰਦੇ ਬਿਲਕੁਲ ਸੱਚਾ ਹੈ ਤੇ ਉਹਦਾ ਦਰਬਾਰ ਵੀ ਓਨਾ ਹੀ ਸੱਚਾ ਹੈ। ਉੱਥੇ ਝੂਠੇ ਨਹੀਂ ਚੱਲਦੇ। ਤੁਸੀਂ ਉੱਥੇ ਕੋਈ ਵੀ ਦਲੀਲ ਅਪੀਲ ਨਹੀਂ ਦੇ ਸਕਦੇ ਵੀ ਮੈਂ ਤਾਂ ਕਰਕੇ ਕੰਮ ਕੀਤਾ ਸੀ, ਕਿਉਂਕਿ ਅਸੀਂ ਕਹਿ ਦਿੰਦੇ ਨਾਲ ਹੀ ਵੀ ਮੇਰਾ ਦੋਸ਼ ਨਹੀਂ ਹੈ, ਮੈਂ ਤੇ ਤਾਂ ਕਰਕੇ ਕੀਤਾ ਸੀ। ਕਿਸੇ ਹੋਰ ਦੇ ਬਾਬਤ ਅਸੀਂ ਕੁਝ ਕਹਿ ਦਿੰਦੇ ਹਾਂ ਤਾਂ ਤੇ ਸਾਹਿਬ ਕਹਿੰਦੇ ਨੇ ਨਾ, ਇਹ ਨਹੀਂ ਉੱਥੇ ਕਿਹਾ ਜਾ ਸਕਦਾ। ਉੱਥੇ ਉਹੀ ਸ਼ੋਭਾ ਪਾਉਣਗੇ ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਉੱਥੇ ਉਹੀ ਸ਼ੋਭਾ ਪਾਉਂਦੇ ਨੇ ਜੋ ਸ਼੍ਰੇਸ਼ਟ ਨੇ, ਜਿਨ੍ਹਾਂ ਤੇ ਮਹਿਰਾਮਤ ਹੋ ਗਈ ਹੈ, ਮੱਥੇ ਨਿਸ਼ਾਨ ਜਿਨ੍ਹਾਂ ਦੇ ਭਾਗਾਂ ਸਦਕਾ ਬਣ ਗਏ ਨੇ। ਸਾਹਿਬ ਕਹਿੰਦੇ ਨੇ ਭੁਲੇਖੇ ਤੇ ਨਾ ਰਹੀ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਕਿਸੇ ਤੂੰ ਦੂਜੇ ਤੇ ਦੋਸ਼ ਨਹੀਂ ਦੇ ਸਕਦਾ। ਤੂੰ ਕੱਚਾ ਹੈ ਕਿ ਪੱਕਾ, ਪ੍ਰਮਾਤਮਾ ਨੇ ਟਣਕਾ ਕੇ ਦੇਖ ਲੈਣਾ। ਘੁਮਿਆਰ ਦੇ ਕੋਲ ਜਾਓ ਤੋ ਕੋਈ ਚਾਟੀ, ਕੋਈ ਹੋਰ ਭਾਂਡਾ ਉੱਥੋਂ ਘੜਾ ਆਦਿ ਚੁੱਕੇਗਾ ਤੁਹਾਨੂੰ ਦੇਣ ਲਈ, ਤੂੰ ਪਹਿਲਾਂ ਇਉਂ ਟਣਕਾ ਕੇ ਤੁਹਾਨੂੰ ਦਿਖਾਉਂਦਾ, ਦੇਖੋ ਜੀ ਬਿਲਕੁਲ ਪੱਕਾ ਹੈ। ਪੱਕੇ ਦੀ ਆਵਾਜ਼ ਆਏਗੀ, ਕੱਚੇ ਦੀ ਆਵਾਜ਼ ਨਹੀਂ ਆਏਗੀ। ਸਾਹਿਬ ਕਹਿੰਦੇ ਪ੍ਰਮਾਤਮਾ ਦੇ ਦਰ ਤੈਨੂੰ ਇਉਂ ਨਹੀਂ ਰੱਖਿਆ ਜਾਣਾ, ਉੱਥੇ ਪੂਰਾ ਟਣਕਾ ਕੇ ਰੱਖਿਆ ਜਾਂਦਾ ਹੈ। ਤਾਂ ਹੀ ਤੇ ਸੱਤਾ ਤੇ ਬਲਵੰਡ ਜੀ ਨੇ ਇਹੀ ਗੱਲ ਕਹੀ ਸੀ ਵੀ ਗੁਰੂ ਅੰਗਦ ਸਾਹਿਬ ਐ ਨਹੀਂ ਬਣ ਗਏ। ਗੁਰੂ ਨਾਨਕ ਨੇ ਪੂਰਾ ਟਣਕਾ ਕੇ ਭਾਈ ਲਹਿਣੇ ਨੂੰ ਦੇਖਿਆ ਹੈ। ਸਾਰੇ ਪਾਸੋਂ ਜਦੋਂ ਪੂਰਨ ਤੌਰ ਤੇ ਹੋ ਗਿਆ ਯਕੀਨ ਵੀ ਇਹੀ ਸੱਚਾ ਹੈ, ਰਸਿਆ ਹੋਇਆ ਹੈ ਜਾਂ ਸੁਦੋਸ਼, ਤਾਂ ਲਹਿਣਾ ਟਿਕਿਉਨ, ਫਿਰ ਉਹਨਾਂ ਨੂੰ ਗੁਰਿਆਈ ਦੀ ਦਾਤ ਮਿਲੀ ਹੈ। ਮਤਾ ਕੋਈ ਸਮਝ ਲਓ ਇਵੇਂ ਹੀ ਦਾਤ ਪ੍ਰਾਪਤ ਹੋ ਜਾਏਗੀ। ਪਰਮਾਤਮਾ ਦੇ ਦਰ ਪੂਰਨ ਤੌਰ ਤੇ ਟਣਕਾ ਕੇ ਦੇਖਿਆ ਜਾਏਗਾ। ਸਾਹਿਬ ਕਹਿੰਦੇ ਨੇ ਫਿਰ ਤੇਰੇ ਕੀਤੇ ਹੋਏ ਕਰਮਾਂ ਦਾ ਦੋਸ਼ ਜੇ ਤੂੰ ਕਿਸੇ ਉੱਥੇ ਹੋਰ ਤੇ ਮੜਨਾ ਚਾਹੇ, ਜੇ ਮੇਰੀ ਗਲਤੀ ਨਹੀਂ ਹੈ, ਸਾਹਿਬ ਕਹਿੰਦੇ ਇਹ ਚੱਲਦਾ ਹੀ ਨਹੀਂ। ਉੱਥੇ ਤੇ ਇਹੀ ਹੈ ਵੀ ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦ੍ਰਿਜੈ ਅਵਰ ਜਨਮ। ਉੱਥੇ ਜੋ ਵੀ ਵਾਪਰੇਗਾ ਉਹ ਤੇਰਾ ਹੀ ਹੈ, ਕਿਉਂਕਿ ਤੂੰ ਹੀ ਕੀਤਾ ਹੈ। ਚਾਹੇ ਮੈਂ ਕਰਮ ਕੁਝ ਮਨ ਕਰਕੇ ਕੀਤੇ ਨੇ, ਕੁਝ ਤਨ ਕਰਕੇ ਕੀਤੇ। ਮਨ 'ਚ ਜਦੋਂ ਮੈਂ ਕਿਸੇ ਦਾ ਬੁਰਾ ਸੋਚ ਰਿਹਾ ਹਾਂ, ਇੱਛਾ ਤੇ ਅੰਦਰ ਇਹੀ ਹੈ ਵੀ ਹੋ ਜਾਏ। ਸਰੀਰ ਨੇ ਸਾਥ ਨਹੀਂ ਦਿੱਤਾ, ਮੌਕਾ ਨਹੀਂ ਮਿਲਿਆ, ਨਹੀਂ ਹੋਇਆ, ਪਰ ਮਨ ਤਾਂ ਸੋਚ ਰਿਹਾ, ਮਨ ਤਾਂ ਸੋਚ ਰਿਹਾ। ਸਾਹਿਬ ਕਹਿੰਦੇ ਕਿੱਥੇ ਦੌੜੇਗਾ, ਇਹ ਤੇ ਤੇਰੇ ਲੇਖੇ 'ਚ ਜਾ ਰਿਹਾ। ਇਸ ਲਈ ਸਾਹਿਬ ਕਹਿੰਦੇ ਨੇ ਕਿਸੇ ਦੇ ਬਾਬਤ ਮੰਦਾ ਵੀ ਨਾ ਸੋਚੋ, ਕਿਉਂਕਿ ਉਹ ਤੈਨੂੰ ਅੰਦਰ ਬੈਠਾ ਬੜਾ ਕਰੀਬ ਦੇ ਨਾਲ ਸੁਣ ਰਿਹਾ ਹੈ। ਤੇਰੇ ਅੰਦਰ ਇੱਕ ਇੱਕ ਫੁਰਨੇ ਦਾ ਉਹ ਜਾਣਕਾਰ ਹੈ। ਕਿਸੇ ਦੂਸਰੇ ਤੇ ਦੋਸ਼ ਨਹੀਂ ਮੜ ਸਕਦੇ। ਦੋਸ਼ ਮੇਰੇ ਹੀ ਹੋਣਗੇ। ਜੇ ਚੰਗਿਆਈਆਂ ਮੇਰੀਆਂ ਹੋਣਗੀਆਂ ਤੇ ਬੁਰਾਈਆਂ ਵੀ ਮੇਰੀਆਂ ਹੀ ਹੋਣਗੀਆਂ। ਧੰਨ ਗੁਰੂ ਨਾਨਕ ਸਾਹਿਬ ਨੇ ਇਸ ਲਈ ਦੋਵੇਂ ਗੱਲਾਂ ਕਹਿ ਦਿੱਤੀਆਂ ਅਖੀਰ ਤੇ, ਚੰਗਿਆਈਆਂ ਬੁਰਾਈਆਂ ਵਾਚਾ ਧਰਮ ਹਦੂਰ। ਉੱਥੇ ਦੋਨੋਂ ਗੱਲਾਂ ਹੀ ਹੋਣਗੀਆਂ, ਇੱਕ ਨਾਲ ਗੱਲ ਨਹੀਂ ਬਣਨੀ। ਜੇ ਤੂੰ ਕਹੇਗਾ ਮੇਰਾ ਚੰਗਾ ਘਰ ਦੇਖੋ ਤੇ ਤੇਰਾ ਬੁਰਾ ਵੀ ਦੇਖਿਆ ਜਾਏਗਾ। ਇਸ ਲਈ ਭਗਤਾਂ ਨੇ ਵਿਚਲੀ ਤਰਤੀਬ ਕੱਢੀ ਹੈ। ਭਗਤ ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹ ਵਿਚਲੀ ਤਰਤੀਬ ਤੈਨੂੰ ਕਹਿੰਦੇ ਹੀ ਨਹੀਂ ਮੇਰੀ ਚੰਗਿਆਈ ਵੇਖੋ, ਉਹ ਕਹਿੰਦੇ ਮੇਰੇ ਤੇ ਕਰਮ ਹੈ ਹੀ ਕੋਈ ਨਹੀਂ। ਸਤਿਗੁਰੂ ਲੇਖਾ ਛੋੜ ਅਲੇਖੈ ਛੂਟੈ, ਹਮ ਨਿਰਗੁਣ ਲਿਹੋ ਉਬਾਰੀ। ਅਸੀਂ ਕਿਦਾਰਾ ਰਾਗ 'ਚ ਕੱਲ ਵਿਚਾਰਿਆ। ਸਤਿਗੁਰ ਆਇਓ ਸ਼ਰਨ ਤੁਹਾਰੀ। ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਲੇਖਿਆਂ ਦੇ ਵਿੱਚ ਨਾ ਲੈ ਕੇ ਜਾਇਓ, ਕਿਉਂਕਿ ਲੇਖਾ ਜੇ ਮੈਂ ਤੇਰੇ ਨਾਲ ਪਾ ਬੈਠਾ ਤੇ ਮੈਂ ਕਦੇ ਨਹੀਂ ਛੁੱਟਾਂਗਾ। ਮੈਨੂੰ ਲੇਖਿਆਂ 'ਚ ਨਾ ਲੈ ਕੇ ਜਾਇਓ, ਐਦਾਂ ਹੀ ਕਿਰਪਾ ਕਰ ਦਿਓ। ਮੈਂ ਹਿਸਾਬ ਮੰਗਦਾ ਹੀ ਨਹੀਂ, ਕਿਉਂਕਿ ਹਿਸਾਬ 'ਚ ਤੇ ਮੈਂ ਛੁੱਟ ਹੀ ਨਹੀਂ ਸਕਦਾ।
ਜੇ ਚੰਗਿਆਈਆਂ ਦੀ ਗੱਲ ਕਹਾਂਗਾ ਤੇ ਬੁਰਾਈਆਂ ਦੀ ਵੀ ਹੋਏਗੀ। ਇਸ ਲਈ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ, ਕਤਿਕ ਕਰਮ ਕਮਾਵਣੇ, ਤੂੰ ਹੀ ਕੰਮ ਕਮਾਏ ਨੇ, ਚੰਗੇ ਵੀ ਤੂੰ ਹੀ ਕੀਤੇ ਨੇ, ਬੁਰੇ ਵੀ ਤੂੰ ਹੀ ਕੀਤੇ ਨੇ। ਇਸ ਲਈ ਹੁਣ ਤੂੰ ਬੁਰਿਆਂ ਦਾ ਦੋਸ਼ ਦੂਜੇ ਤੇ ਨਹੀਂ ਮੜ ਸਕਦਾ। ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜੇ ਕਰਮ ਰੱਬ ਨੂੰ ਭੁਲਾਉਣ ਵਾਲੇ ਹੋਏ, ਜੇ ਕਰਮ ਸਿਰਫ ਤੇ ਸਿਰਫ ਪਦਾਰਥਾਂ ਦੇ ਮੁਹਤਾਜ ਹੋਏ, ਸਿਰਫ ਤੇ ਸਿਰਫ ਰਸ ਇਕੱਠੇ ਕਰਨ ਲਈ ਜੇ ਤੂੰ ਤੁਰਿਆ ਹੋਇਆ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਦੇਖੋ ਭਈ, ਮੈਂ ਜਿਹੜਾ ਫਰੋਲ ਕੇ ਦੇਖਿਆ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਕੀ ਡਿਠਾ ਵੀ ਬੰਦੇ ਦੇ ਅੰਦਰ ਕਿਤਨੀ ਰਸ ਪ੍ਰਬਲ ਨੇ। ਕਿਸੇ ਨੂੰ ਸੋਨੇ ਦਾ ਰਸ ਹੈ, ਕਿਸੇ ਨੂੰ ਚਾਂਦੀ ਦਾ ਰਸ ਹੈ, ਕਿਸੇ ਨੂੰ ਖੁਸ਼ਬੂਦਾਰ ਇਤਰਾਂ ਦਾ ਰਸ ਹੈ, ਕਿਸੇ ਨੂੰ ਸੋਹਣੀ ਸਵਾਰੀ ਦਾ ਰਸ ਹੈ, ਕਿਸੇ ਨੂੰ ਸੋਹਣੇ ਘਰ ਦਾ ਰਸ ਹੈ, ਸੋਹਣਾ ਮੇਰਾ ਫਰਨੀਚਰ ਹੋਏ ਇਸ ਗੱਲ ਦਾ ਰਸ ਹੈ, ਕਿਸੇ ਨੂੰ ਖਾਣ ਪੀਣ ਦੇ ਵੱਖਰੇ ਵੱਖਰੇ ਪਦਾਰਥਾਂ ਦੇ ਰਸ। ਇਹ ਤੇ ਪੁਰਾਤਨ ਰਸ ਹਨ। ਜੇ ਗੁਰੂ ਨਾਨਕ ਸਾਹਿਬ ਅੱਜ ਲਿਖਦੇ ਤਾਂ ਉਹਨਾਂ ਕਹਿਣਾ ਸੀ ਕਿਸੇ ਨੂੰ ਮੋਬਾਈਲ ਦਾ ਰਸ ਲੱਗਾ ਹੋਇਆ, ਕਿਸੇ ਨੂੰ ਉੱਥੇ ਬਾਰ-ਬਾਰ ਚੈਟ ਕਰਨ ਦਾ ਰਸ ਲੱਗਾ ਹੋਇਆ, ਹੋਰ ਵੱਖਰੇ ਵੱਖਰੇ ਗੇਮਾਂ ਖੇਡਣ ਦਾ, ਸਭ ਲੱਗੇ ਹੋਏ ਨੇ। ਮਨੁੱਖ ਉਲਝਿਆ ਹੋਇਆ, ਟਾਈਮ ਬਰਬਾਦ ਕਰਦੇ ਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਿਨੇ ਇੰਨੇ ਰਸਾਂ 'ਚ ਖੁਦ ਨੂੰ ਧੱਕਿਆ ਹੋਇਆ ਹੈ, ਉਸ ਤੋਂ ਕੀ ਆਸ ਕਰਦੇ ਹੋ? ਨਾਮ ਦੇ ਰਸ ਵੱਲ ਤੁਰਿਆ ਹੋਇਆ। ਨਾਮ ਰਸ ਦੀ ਤੇ ਗੱਲ ਵੀ ਨਹੀਂ ਹੋ ਸਕਦੀ। ਜਦੋਂ ਪਰਮੇਸ਼ਰ ਯਾਦ ਹੀ ਨਹੀਂ ਹੈ ਤੇ ਤੁਸੀਂ ਕੀ ਭਾਲਦੇ ਹੋ? ਸਾਹਿਬ ਕਹਿੰਦੇ ਵੀ ਉਹ ਸੁਖ ਦਾਤਾ ਸੁਖ ਦੇ ਦੇਗਾ। ਸੁਖ ਦਾਤਾ ਤੇ ਪਰਮਾਤਮਾ ਹੀ ਹੈ ਨਾ, ਤੇ ਸੁਖ ਦਾਤਾ ਹੀ ਮੈਨੂੰ ਯਾਦ ਨਹੀਂ ਹੈ। ਮੇਰੇ ਕਰਮ ਸਭ ਪਰਮੇਸ਼ਰ ਨੂੰ ਭੁਲਾ ਰਹੇ। ਦੀਵਾਲੀ ਆ ਰਹੀ ਹੈ ਹੁਣ, ਤੇ ਦੀਵਾਲੀ ਨੂੰ ਉਹ ਵੀ ਚਿਹਰਾ ਦਿਸੇਗਾ ਜਿਹਨੂੰ ਤੁਸੀਂ ਕਹੋਗੇ, ਅੱਛਾ ਤੁਸੀਂ ਸਾਡੇ ਹੀ ਮੁਹੱਲੇ ਰਹਿੰਦੇ। ਅੱਜ ਤੱਕ ਤੇ ਨਹੀਂ ਸੀ ਦਿਸੇ, ਪਰ ਦੀਵਾਲੀ ਵਾਲੇ ਦਿਨ ਤੁਹਾਨੂੰ ਗੁਰਦੁਆਰੇ ਜ਼ਰੂਰ ਦਿਸ ਜਾਣਗੇ। ਪ੍ਰਬੰਧਕਾਂ ਨੂੰ ਵੀ ਉਹ ਹੋ ਜਾਂਦਾ ਵੀ ਪਤਾ ਨਹੀਂ ਵੀ ਸਾਡਾ ਹਾਲ ਹੀ ਛੋਟਾ ਰਹਿ ਗਿਆ। ਹਾਲ ਨਹੀਂ ਛੋਟਾ, ਲੋਕਾਂ ਨੂੰ ਯਾਦ ਹੀ ਉਸ ਦਿਨ ਆਉਂਦੀ ਵੀ ਅੱਛਾ ਗੁਰਦੁਆਰੇ ਵੀ ਦੀਵਾ ਜਗਾਉਣਾ ਹੁੰਦਾ, ਉੱਥੇ ਵੀ ਦੀਵਾ ਜਗਾਉਣ ਜਾਣਾ ਹੁੰਦਾ। ਚਲੋ ਅੱਜ ਤਾਂ ਜਾ ਹੀ ਆਈ, ਔਖ ਸੌਖ। ਉਹ ਵੀ ਕੋਈ ਭਾਵਨਾ ਨਹੀਂ ਹੈ, ਬਸ ਇੱਕ ਰੂੜੀਵਾਦੀ ਸਾਡੀ ਪਰੰਪਰਾ ਹੈ। ਇੱਕ ਸਾਡਾ ਜੋ ਆਰਥੋਡਾਕਸ ਨੇਚਰ ਕੰਮ ਕਰਦਾ ਵੀ ਅੱਛਾ ਸਾਡੇ ਬਾਪ ਦਾਦਾ ਜਗਾਉਂਦੇ ਹੁੰਦੇ ਸਨ, ਸਾਨੂੰ ਵੀ ਜਾਣਾ ਪੈਣਾ। ਤੇ ਉਹਨਾਂ ਦੇ ਨਿਆਣੇ ਵੀ ਇਤਨਾ ਹੀ ਸਿੱਖਦੇ ਨੇ ਉਹਨਾਂ ਤੋਂ, ਅੱਛਾ ਵੀ ਸਾਡਾ ਪਾਪਾ ਵੀ ਗੁਰਦੁਆਰੇ ਜਾਂਦਾ ਸੀ ਦੀਵਾਲੀ ਵਾਲੇ ਦਿਨ, ਅਸੀਂ ਵੀ ਦੀਵਾਲੀ ਆਏ ਤੇ ਜਾਵਾਂ ਕਰਾਂਗੇ। ਇਹੀ ਸਿੱਖ ਸਕਦੇ। ਪਹਿਲਾਂ ਆਪਣੇ ਆਪ ਨੂੰ ਪ੍ਰਬੋਧਣਾ ਪਏਗਾ। ਸਾਹਿਬ ਕਹਿੰਦੇ ਪਹਿਲਾਂ ਖੁਦ ਨੂੰ ਸਮਝਾਓ, ਤਾਂ ਹੀ ਤੁਹਾਡੇ ਤੋਂ ਕੋਈ ਹੋਰ ਰੀਝੇਗਾ। ਪਹਿਲਾਂ ਆਪਣੇ ਮਨ ਨੂੰ ਪ੍ਰਬੋਧੋ, ਫਿਰ ਪਾਛੇ ਅਵਰ ਰਜਾਵੋ, ਫਿਰ ਤੁਸੀਂ ਹੋਰਾਂ ਨੂੰ ਸਮਝਾ ਸਕਦੇ ਹੋ। ਜੇ ਮੈਂ ਹੀ ਨਹੀਂ ਸਿੱਖਿਆ, ਮੇਰੇ ਨਿਆਣੇ ਕੀ ਸਿੱਖਣਗੇ? ਮੈਂ ਹੀ ਕੁਰਾਹੇ ਹਾਂ ਤੇ ਨਿਆਣੇ ਕੀ ਸਿੱਧੇ ਰਸਤੇ ਪੈ ਜਾਣਗੇ? ਕਦੇ ਨਹੀਂ ਹੋ ਸਕਦਾ। ਜਿਸ ਦਾ ਜੀਵਨ ਐਸਾ ਹੈ ਕਿ ਸਿਰਫ ਕੰਮ ਸਿਰਫ ਕੰਮ। ਵਿਦੇਸ਼ਾਂ 'ਚ ਤੇ ਕਲਚਰ ਹੈ, ਸਾਡੇ ਵੀ ਅਸੀਂ ਬਣਾ ਲਿਆ ਟਿੱਕਾ ਜ਼ੋਰੀ ਦਾ। ਸਾਨੂੰ ਤੇ ਪ੍ਰਮਾਤਮਾ ਨੇ ਇੰਨਾ ਸੋਹਣਾ ਇਹ ਸਾਰਾ ਕੁਛ ਜੋ ਮਿਲਿਆ ਹੋਇਆ ਹੈ, ਵਾਤਾਵਰਨ ਤੋਂ ਲੈ ਕੇ ਧਰਤੀ ਬਖਸ਼ੀ, ਵੀ ਮਹੀਨਾ ਵੀ ਜੇ ਖਾਲੀ ਰਹਿ ਜਾਈਏ ਤਾਂ ਵੀ ਪੇਟ ਤੋਂ ਭੁੱਖੇ ਨਹੀਂ ਰਹਿੰਦੇ। ਪੇਟ ਤੋਂ ਭੁੱਖੇ ਨਹੀਂ ਰਹਿ ਸਕਦੇ, ਰੋਟੀ ਮਿਲ ਹੀ ਜਾਏਗੀ। ਹੋਰ ਥਾਂ ਵਿਦੇਸ਼ਾਂ 'ਚ ਜੇ ਇੱਕ ਦਿਨ ਕੰਮ ਨਾ ਲੱਗਾ ਤੇ ਅਗਲੇ ਦਿਨ ਹੀ ਲਾਲੇ ਪੈ ਜਾਣਗੇ ਵੀ ਕਿੱਥੋਂ ਲਿਆਉਣਾ ਸੌਦਾ, ਕਿਉਂਕਿ ਉਹੀ ਕਮਾਉਣਾ ਉਹੀ ਖਾਣਾ। ਜਿਵੇਂ ਜੋ ਭਈਏ ਰਹਿੰਦੇ ਨੇ ਇੱਥੇ, ਤੁਸੀਂ ਦੇਖਿਆ ਹੋਏਗਾ, ਉਹ 2-2 ਰੁਪਈਏ ਦੀਆਂ ਚੀਜ਼ਾਂ ਲੈਣ, ਥੋੜ੍ਹੀ ਜਿਹੀ ਖੰਡ ਦੇ ਦੇ, ਜੇ ਥੋੜ੍ਹੀ ਜਿਹੀ ਪੱਤੀ ਦੇ ਦੇ,
ਕਿਉਂਕਿ ਅੱਜ ਹੀ ਦਿਹਾੜੀ ਲੱਗੀ, ਅੱਜ ਹੀ ਹੁਣ ਸਮਾਨ ਲੈ ਕੇ ਜਾਣਾ। ਸਾਡਿਆਂ ਦਾ ਵੀ ਬਹੁਤਿਆਂ ਦਾ ਬਾਹਰ ਇਹੀ ਹਾਲ ਹੈ ਵੀ ਅੱਜ ਦਿਹਾੜੀ ਲੱਗ ਗਈ ਤੇ ਅੱਜ ਸੌਦਾ ਲੈ ਲਓ। ਇੱਥੇ ਪ੍ਰਮਾਤਮਾ ਦੀ ਸਾਡੇ ਤੇ ਬਖਸ਼ਿਸ਼ ਹੈ, ਬੜੀ ਸੋਹਣੀ ਬਖਸ਼ਿਸ਼ ਹੈ। ਫਿਰ ਵੀ ਜੇ ਉਸ ਸਾਰੀ ਬਖਸ਼ਿਸ਼ ਦੇ ਵਿੱਚ ਸਾਨੂੰ ਰੱਬ ਯਾਦ ਨਾ ਆਏ ਤੇ ਸਾਡੇ ਤੋਂ ਵੱਡਾ ਕੋਈ ਹੋਰ ਅਪਰਾਧੀ ਨਹੀਂ ਹੋ ਸਕਦਾ। ਇਸ ਲਈ ਸਾਹਿਬ ਕਹਿੰਦੇ ਨੇ ਤੈਨੂੰ ਰੋਗ ਲੱਗੇ ਹੋਏ ਨੇ, ਤੈਨੂੰ ਦੋਖ ਲੱਗੇ ਹੋਏ ਨੇ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਸਾਰੇ ਹੀ ਰੋਗ ਰੱਬ ਨੂੰ ਭੁੱਲਣ ਦੇ ਕਾਰਨ ਹੀ ਸ਼ੁਰੂ ਹੁੰਦੇ। ਰੱਬ ਯਾਦ ਹੋਏਗਾ ਤੇ ਰੋਗ ਨਹੀਂ ਹੋਣਗੇ। ਰੋਗ ਤੇ ਦੋਖ ਇਸ ਗੱਲ ਦੀ ਨਿਸ਼ਾਨੀ ਹੈ ਕਿ ਤੂੰ ਟੁੱਟ ਰਿਹਾ ਹੈ, ਗਲਤ ਕਰ ਰਿਹਾ। ਮੈਨੂੰ ਪ੍ਰਤਾੜਿਤ ਕਰਨ ਲਈ, ਮੈਨੂੰ ਦੁਖੀ ਕਰਨ ਲਈ ਥੋੜੀ ਪ੍ਰਮਾਤਮਾ ਮੈਨੂੰ ਦੁੱਖ ਦੇ ਰਿਹਾ ਹੈ, ਰੋਗ ਦੇ ਸਮਝਾਉਣ ਲਈ ਵੀ ਤੂੰ ਆਪਣੇ ਸਹੀ ਰਸਤੇ ਤੋਂ ਬਹੁਤ ਦੂਰ ਥਿੜਕਿਆ ਹੋਇਆ, ਪਰ ਤਾਏਂਗਾ ਤੇ ਸਹੀ ਹੋ ਜਾਏਗਾ। ਕਿਤਨੇ ਹੀ ਨੇ ਜੋ ਕਹਿੰਦੇ ਨੇ ਜੀ ਅਸੀਂ ਗੁਰੂ ਘਰ ਆਉਣ ਲੱਗ ਗਏ, ਮੇਰੇ ਕਿਤਨੇ ਹੀ ਰੋਗ ਸਨ, ਸਭ ਚਲੇ ਗਏ। ਜਿਵੇਂ ਜੀਵਨ ਆਪਣੇ ਮੂਲ ਤੱਤ ਨੂੰ ਪਰਤਣ ਲੱਗੇਗਾ ਤਾਂ ਸਭ ਸ਼ੁੱਧੀ ਹੋਣ ਲੱਗ ਜਾਏਗੀ, ਅਸ਼ੁੱਧੀਆਂ ਰਹਿ ਜਾਣਗੀਆਂ। ਰੋਗ ਦੋਖ ਮੇਰੀਆਂ ਅਸ਼ੁੱਧੀਆਂ ਦੇ ਕਾਰਨ ਨੇ। ਜਿੰਨਾ ਮੈਂ ਰੱਬ ਤੋਂ ਦੂਰ ਜਾਈ ਜਾਵਾਂਗਾ, ਜਿਵੇਂ ਹੀ ਉਹ ਭੁੱਲਦਾ ਜਾਏਗਾ ਉਤਨੇ ਰੋਗ ਵੱਧਦੇ ਜਾਣਗੇ। ਇਸ ਲਈ ਮਤਾਂ ਕੋਈ ਸਮਝੋ ਵੀ ਇਹ ਮੇਰੇ ਤੇ ਹੀ ਆ ਗਿਆ ਹੈ। ਜਿੰਨਾ ਮੈਂ ਦੂਰ ਜਾਵਾਂਗਾ ਰੋਗੀ ਹੋਵਾਂਗਾ, ਜਿੰਨਾ ਮਨ ਮੇਰਾ ਪਰਤਦਾ ਆਏਗਾ ਉਤਨਾ ਹੀ ਉਹ ਸੁਖੀ ਹੋ ਜਾਏਗਾ, ਉਤਨਾ ਹੀ ਸੁਖੀ ਹੋ ਜਾਏਗਾ। ਪੂਰਨ ਮਨ ਦੇ ਨਾਲ ਆਈਏ, ਗੁਰੂ ਸਾਰੀਆਂ ਹੀ ਮੁਸ਼ਕਿਲਾਂ ਦੂਰ ਕਰ ਦਿੰਦਾ। ਉਸਦੇ ਘਰ ਕਿਹੜੀ ਘਾਟ ਹੈ। ਪੂਰਨ ਮਨ ਦੇ ਨਾਲ, ਸੱਚੇ ਮਨ ਦੇ ਨਾਲ ਕੋਈ ਚਰਨ ਤਾਂ ਪਰਸੇ। ਇੱਥੇ ਤੇ ਕੋੜੀ ਵੀ ਬਿਲਕੁਲ ਸ਼ੁੱਧ ਹੋ ਗਏ, ਇੱਥੇ ਤੇ ਰਾਖਸ਼ ਵੀ ਸੱਜਣ ਹੋ ਗਏ, ਠੱਗ ਵੀ ਸੁਧਰ ਗਏ। ਕਿ ਮੇਰਾ ਮਨ ਨਹੀਂ ਸੁਧਰੇਗਾ, ਮੈਨੂੰ ਸਹੀ ਸੱਚ ਪ੍ਰਾਪਤ ਨਹੀਂ ਹੋਏਗਾ। ਇਸ ਲਈ ਆਪ ਕਹਿੰਦੇ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਿਹਨੇ ਰੱਬ ਤੋਂ ਪਾਸਾ ਵੱਟ ਲਿਆ ਨਾ ਤੇ ਇੱਕ ਜਨਮ ਦੀ ਗੱਲ ਨਾ ਸੋਚੋ, ਜਨਮਾਂ ਜਨਮਾਂ ਦਾ ਵਿਜੋਗ ਲੱਗ ਜਾਂਦਾ। ਮਤਾਂ ਕੋਈ ਸੋਚੋ ਵੀ ਮੈਂ ਅੱਜ ਦਾ ਦਿਨ ਨਹੀਂ ਗੁਰਦੁਆਰੇ ਗਿਆ, ਸਾਹਿਬ ਕਹਿੰਦੇ ਨੇ ਵੀ ਦੇਖ ਲੈ ਵੀ ਅਗਾਂਹ ਅਗਾਂਹ ਲੰਮੇ ਲੇਖਿਆਂ 'ਚ ਪੈਣਾ ਕਿਸ ਨੂੰ, ਇਸੇ ਵਾਰ ਮੁਕਾਉਣਾ। ਵਾਰੀ ਤਾਂ ਇਹੀ ਹੈ ਨਾ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹੁਣ ਗੱਲ ਇਹ ਹੈ ਵੀ ਮੈਂ ਗੁਰੂ ਦੀ ਗੱਲ ਨੂੰ ਬਹੁਤੀ ਵਾਰੀ ਹਾਸੇ 'ਚ ਲੈ ਜਾਂਦਾ, ਕੋਈ ਗੱਲ ਨਹੀਂ, ਮੈਂ ਉਨੀ ਤਵੱਜੋ ਨਹੀਂ ਦਿੰਦਾ। ਜਿਹਦੀ ਗੱਲ ਨੂੰ ਤਵੱਜੋ ਦਾਂਗੇ ਨਾ, ਉਹ ਤੇ ਝਟਪਟ ਬੰਦਾ ਉਸੇ ਵੇਲੇ ਕਹਿੰਦਾ ਜੀ ਹੁਣੇ ਤੁਰ ਪੈਂਦੇ, ਤੁਸੀਂ ਕਹਿਤਾ ਤੇ ਚੱਲ ਪਏ। ਪਰ ਕਿੰਨਾ ਔਖਾ ਲੱਗ ਰਿਹਾ ਵੀ ਗੁਰੂ ਕਹਿ ਰਿਹਾ ਤੇ ਅਸੀਂ ਕਹਿੰਦੇ ਕੋਈ ਨਹੀਂ, ਸੋਚਾਂਗੇ, ਸੁਣਤੇ ਰਹੇ ਹਾਂ, ਸੋਚਾਂਗੇ, ਵਿਚਾਰਾਂਗੇ, ਫਿਰ ਕਿਤੇ ਤੁਰਾਂਗੇ। ਇਸ 'ਚ ਮੁਸ਼ਕਿਲ ਹੈ। ਗੁਰੂ ਜੋ ਸੱਚਾ ਹੈ, ਜੋ ਮੈਨੂੰ ਸਵਾਰਨਾ ਚਾਹੁੰਦਾ ਹੈ, ਜਿਸ ਨੂੰ ਆਪਣੀ ਕੋਈ ਲੋੜ ਥੋੜ ਨਹੀਂ, ਗੁਰੂ ਮੈਥੋਂ ਕੁਛ ਨਹੀਂ ਭਾਲ ਰਿਹਾ, ਤੇ ਉਸ ਦੀ ਗੱਲ ਮੰਨਣ 'ਚ ਅਸੀਂ ਕਹਿੰਦੇ ਵੀ ਸੋਚਾਂਗੇ। ਬਾਹਰ ਜਗਤ 'ਚ ਕੋਈ ਸਾਨੂੰ ਕਹੇ ਵੀ ਆਹ ਕਰ ਦੋ, ਅਸੀਂ ਕਹਿੰਦੇ ਝਟਪਟ ਤੁਰ ਪਾਂਗੇ। ਤੇ ਗੁਰੂ ਤੇ ਕੋਈ ਔਖਾ ਕਾਰਜ ਵੀ ਨਹੀਂ ਦੱਸਦਾ। ਆਪ ਕਹਿੰਦੇ ਨੇ ਆਪਣੇ ਕਰਮਾਂ 'ਚ ਉਸ ਮਾਲਕ ਨੂੰ ਲੈ ਆ। ਜੇ ਵੇਮੁਖ ਹੋ ਜਾਏਗਾ ਤੇ ਫਿਰ ਬਾਅਦ 'ਚ ਨਾ ਕਹੀਂ ਇਹ ਤੇ ਜਨਮਾਂ ਜਨਮਾਂ ਦਾ ਵਿਛੋੜਾ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵੀ ਮੈਂ ਪਹਿਲਾਂ ਦੇਖਿਆ ਸੀ, ਸ਼ੇਖ ਫਰੀਦ ਜੀ ਵੀ ਕਹਿੰਦੇ ਵੀ ਮਲਕ ਜੇ ਕੰਨੀ ਸੁਣੀਂਦਾ, ਪਹਿਲਾਂ ਸੁਣਿਆ ਹੀ ਸੀ ਕਦੇ, ਮੂੰਹ ਦੇ ਖਾਲੇ ਆਏ। ਇੱਕ ਦਿਨ ਐਸਾ ਵੀ ਆ ਗਿਆ, ਸ਼ੇਖ ਫਰੀਦ ਜੀ ਕਹਿੰਦੇ ਮੈਨੂੰ ਵੀ ਉਸਨੇ ਮੂੰਹ ਦਿਖਾਲ ਦੇਣਾ। ਮੈਂ ਤੇ ਦੂਸਰਿਆਂ ਦੇ ਘਰ ਸੁਣੀਂਦਾ ਸੀ, ਘਰ ਘਰ ਇਹੋ ਪਹੁੰਚਾ। ਮੈਂ ਦੂਜਿਆਂ ਦੇ ਘਰ ਸੁਣਿਆ ਸੀ ਵੀ ਸੱਦੇ ਜਾ ਰਹੇ ਨੇ, ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਆ ਨਾਨਕ ਸੇ ਦੇਹ ਆਵਾਨੂ। ਦਿਨ ਆ ਰਿਹਾ ਹੈ ਤੇਰੇ ਵਿਹੜੇ,
ਤੇ ਜਿਸ ਦੇ ਵਿਹੜੇ ਜਿਸ ਦਿਨ ਉਹ ਦਿਨ ਆ ਗਿਆ ਨਾ, ਸਾਹਿਬ ਕਹਿੰਦੇ ਜੇ ਰੱਸਿਆਂ 'ਚ ਉਲਝਿਆ ਸੀ ਤੇ ਇੰਨਾ ਕੁ ਸਮਾਂ ਹੀ ਲੱਗਣਾ, ਖਿੰਨ, ਬਹੁਤਾ ਜ਼ਿਆਦਾ ਸਮਾਂ ਨਹੀਂ ਲੱਗਣਾ। ਖਿੰਨ ਮੈਂ ਕੌੜੇ ਹੋਏ ਗਏ, ਇੱਕ ਖਿੰਨ ਵਿੱਚ ਉਹ ਸਭ ਕੌੜਾ ਹੋ ਜਾਏਗਾ। ਜੋ ਸਦੀਆਂ ਤੋਂ ਸਾਲਾਂ ਤੋਂ ਮੈਂ ਰਸ ਮਾਣ ਰਿਹਾ ਸੀ, ਸਾਂਭੀ ਬੈਠਾ ਸੀ, ਉਹ ਇੱਕ ਖਿੰਨ 'ਚ ਕੌੜੇ ਹੋ ਗਏ। ਹੁਣ ਸਾਹਮਣੇ ਜਦੋਂ ਸੱਚ ਦਿਸ ਪਿਆ ਹੈ ਤੇ ਹੁਣ ਉਹ ਰਸ ਜਿਹੜੇ ਨੇ ਜਿਨ੍ਹਾਂ ਨੂੰ ਮੈਂ ਮਾਣ ਰਿਹਾ ਸੀ, ਕੋਈ ਵੀ ਹੁਣ ਆਨੰਦ ਨਹੀਂ ਦੇ ਸਕਦਾ। ਇੱਕ ਵਿਦਵਾਨ ਆਪਣੀ ਇੱਕ ਕਹਾਣੀ 'ਚ ਲਿਖਦਾ ਹੈ ਕਿ ਮੇਰੇ ਨਾਲ ਬਹੁਤ ਔਖਾਈ ਹੈ ਕਿ ਸਾਰਾ ਜੀਵਨ ਮੈਂ ਜੋੜਦਿਆਂ ਗੁਜ਼ਾਰ ਲਿਆ, ਧਨ ਬਹੁਤ ਕਮਾਇਆ, ਪਰ ਮੈਂ ਜੋੜਦਾ ਰਿਹਾ ਵੀ ਸਾਂਭ ਲਓ, ਸਾਂਭ ਲਓ, ਸਾਂਭ ਲਓ, ਸਮੇਂ ਲਈ ਸਾਂਭ ਲਓ, ਪਰ ਮੈਂ ਉਸ ਨੂੰ ਕਦੇ ਸਹੀ ਰੂਪ 'ਚ ਵਰਤਿਆ ਨਹੀਂ। ਉਸ ਧਨ ਦੇ ਨਾਲ ਮੈਂ ਕਦੇ ਕੋਈ ਆਨੰਦ ਮਾਣਿਆ ਨਹੀਂ। ਅੱਜ ਉਹ ਵੀ ਸਮਾਂ ਆ ਗਿਆ ਜਿਸ ਦਿਨ ਉਸ ਧਨ ਦੀ ਕੋਈ ਵੈਲਿਊ ਨਹੀਂ ਰਹੀ, ਜਮਾਂ ਨੇ ਉਸ ਦੀ ਕੋਈ ਰਿਸ਼ਵਤ ਨਹੀਂ ਲੈਣੀ। ਹੁਣ ਮੈਂ ਇਸ ਪਛਤਾਵੇ 'ਚ ਚਿੱਠੀ ਲਿਖ ਰਿਹਾ ਹਾਂ ਵੀ ਤੁਸੀਂ ਨਾ ਕਿਤੇ ਹੀ ਕੁਛ ਕਰ ਲਿਓ, ਮੈਂ ਤੇ ਕਰ ਲਿਆ। ਮੈਂ ਤੇ ਇਕੱਠਾ ਕਰਦੇ ਹੀ ਲੰਘ ਚੱਲਿਆ ਤੇ ਸਾਰੀ ਹੀ ਦੁਨੀਆ ਏਦਾਂ ਕਰ ਰਹੀ ਹੈ, ਇਕੱਠਾ ਕਰ ਰਹੀ ਹੈ, ਜਾਈ ਜਾ ਰਹੀ ਹੈ। ਪਿਛਲੇ ਕਹਿੰਦੇ ਸਾਨੂੰ ਬਾਬਾ ਇਹ ਦੇ ਗਿਆ, ਬੜੇ ਚਾਅ ਨਾਲ ਕਹਿੰਦੇ ਅਸੀਂ ਸਾਡਾ ਪਾਪਾ ਸਾਡੇ ਜੋਗਾ ਇਹ ਛੱਡ ਗਿਆ। ਲੜ ਵੀ ਪੈਂਦੇ ਹਾਂ ਇੱਕ ਦੂਜਿਆਂ ਨਾਲ, ਭਰਾ ਲੜ ਵੀ ਰਹੇ ਨੇ, ਮੈਨੂੰ ਜ਼ਿਆਦਾ ਚਾਹੀਦਾ, ਮੈਨੂੰ ਜ਼ਿਆਦਾ ਚਾਹੀਦਾ। ਭਾਪੇ ਨੂੰ ਮੈਂ ਸਾਂਭਿਆ ਸੀ, ਮੇਰੇ ਘਰ ਰਹਿੰਦਾ ਸੀ, ਰੋਟੀ ਤੇ ਮੈਂ ਖਵਾਈ ਸੀ, ਤੂੰ ਤੇ ਪੁੱਛਦਾ ਨਹੀਂ ਸੀ, ਹਿੱਸਾ ਬਰਾਬਰ ਨਹੀਂ ਹੋਏਗਾ। ਲੜਦੇ ਨੇ ਲੋਕ ਇਸ ਗੱਲ ਤੋਂ ਅਣਜਾਣ ਵੀ ਨਾ ਪਾਪਾ ਲੈ ਗਿਆ ਸੀ, ਨਾ ਤੂੰ ਲੈ ਕੇ ਜਾਣਾ। ਭਾਪੇ ਨੇ ਵੀ ਜੋੜਿਆ ਹੀ ਸੀ, ਤੂੰ ਵੀ ਜੋੜਨਾ ਹੀ ਹੈ, ਨਾ ਵਰਤਿਆ ਤੂੰ ਨਾ ਉਹਨੇ। ਸਾਹਿਬ ਕਹਿੰਦੇ ਜੀਵਨ ਤੇ ਵਰਤਨ ਲਈ ਸੀ, ਅਸੀਂ ਇਹਨੂੰ ਸਾਂਭੀ ਗਏ, ਸਾਂਭੀ ਗਏ, ਸਾਂਭੀ ਗਏ। ਇੱਕ ਦਿਨ ਐਸਾ ਆਇਆ ਖਿੰਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਹੜੇ ਭੋਗ ਭੋਗਦਾ ਸੀ, ਜਿਨ੍ਹਾਂ ਚਸਕਿਆਂ ਲਈ ਤੂੰ ਖੁਦ ਨੂੰ ਸਾਂਭੀ ਫਿਰਦਾ ਸੀ, ਸਭ ਕੌੜੇ ਹੋ ਗਏ। ਉਸ ਦਿਨ ਆਪ ਕਹਿੰਦੇ ਨੇ ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਹੁਣ ਤੇਰੇ ਕਰਮਾਂ ਦੇ ਹਿਸਾਬ 'ਚ ਕੋਈ ਵਿਚੋਲਾ ਨਹੀਂ ਹੋ ਸਕਦਾ। ਇੱਥੇ ਗੁਰੂ ਵੀ ਵਿਚੋਲਾ ਨਹੀਂ ਹੈ, ਕਰਮਾਂ ਦੇ ਹਿਸਾਬ 'ਚ ਕੋਈ ਵਿਚੋਲਾ ਨਹੀਂ ਹੈ। ਗੁਰੂ ਸਿਖਾ ਰਿਹਾ ਹੈ, ਜੇ ਗੁਰੂ ਦੇ ਰਸਤੇ ਤੇ ਹੈ ਤੇ ਗੁਰੂ ਸਾਥੀ ਹੈ, ਪਰ ਜੇ ਗੁਰੂ ਤੋਂ ਪੁੱਛਿਆ ਹੀ ਨਹੀਂ, ਸਿੱਖਿਆ ਹੀ ਨਹੀਂ, ਤੇ ਫਿਰ ਗੁਰੂ ਕਿਵੇਂ ਤੁਹਾਡੇ ਹਿਸਾਬ 'ਚ ਖਲੋਏਗਾ। ਇਸ ਲਈ ਤਾਂ ਸਾਹਿਬ ਨੇ ਕਿਹਾ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮ ਤੇਰੇ ਨੇ ਤੇ ਹਿਸਾਬ ਵੀ ਤੇਰਾ ਹੀ ਹੈ। ਨੇੜੇ ਵੀ ਤੂੰ ਹੀ ਹੋਏਗਾ, ਦੂਰ ਵੀ ਤੂੰ ਹੀ ਹੋਣਾ ਹੈ, ਇਸ 'ਚ ਨਹੀਂ ਕੋਈ ਕਰ ਸਕਦਾ। ਜਦ ਹਿਸਾਬ ਦੀ ਵਾਰੀ ਆਈ ਗਈ, ਜਦ ਖਿੰਨਵੇਂ ਕੌੜੇ ਹੋਈ ਗਏ ਮਾਇਆ ਭੋਗ, ਫਿਰ ਕੋਈ ਕੁਛ ਨਹੀਂ ਕਰ ਸਕਦਾ। ਸਭ ਕੁਛ ਹੋਏਗਾ ਇਸ ਤੋਂ ਪਹਿਲਾਂ ਹੀ। ਇਸ ਲਈ ਤੇ ਗੁਰੂ ਨਾਨਕ ਸਾਹਿਬ ਨੇ ਆਸਾ ਕੀ ਵਾਰ 'ਚ ਬਿਲਕੁਲ ਸਪਸ਼ਟ ਕਹਿ ਦਿੱਤਾ, ਜਿੱਦਣ ਵੱਡਾ ਹੋਆ ਦੁਨੀਦਾਰ, ਜਿੱਦਣ ਇਹ ਸਰੀਰ ਮੁੱਕ ਗਿਆ ਨਾ, ਫਿਰ ਤਾਂ ਅੱਗੇ ਗੱਲ ਏਦਾਂ ਹੀ ਹੈ ਵੀ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋਵੇ ਹੀ ਪਾਉਂਦੀ ਹੁਣ ਸੁਣੀਏ ਕਿਆ, ਰੁਆਇਆ ਮਨ ਅੰਦੇ ਜਨਮ ਗਵਾਇਆ। ਫਿਰ ਨਹੀਂ ਉੱਥੇ ਕੁਛ ਹਿਸਾਬ 'ਚ ਚੱਲਣਾ। ਸਾਹਿਬ ਕਹਿੰਦੇ ਨੇ ਜੋ ਵੀ ਚੱਲੇਗਾ ਇੱਥੇ ਚੱਲੇਗਾ, ਅਗਾਂਹ ਕੁਛ ਨਹੀਂ ਚੱਲੇਗਾ। ਉੱਥੇ ਤੇ ਕੀਤਾ ਕਛੂ ਨਾ ਹੋਵਈ। ਸਾਹਿਬ ਕਹਿੰਦੇ ਨੇ ਲਿਖਿਆ ਧੁਰ ਸੰਜੋਗ। ਤੂੰ ਹੀ ਆਪਣੇ ਸੰਜੋਗ ਤੇ ਵਿਜੋਗ ਬਣਾਏ ਨੇ। ਪਰਮਾਤਮਾ ਦੇ ਸੰਜੋਗ ਤੇ ਵਿਜੋਗ ਸੱਤਾ ਚੱਲ ਰਹੀ ਹੈ। ਮੈਂ ਉਸ ਸੰਜੋਗ ਤੇ ਵਿਜੋਗ ਸੱਤਾ 'ਚ ਪਰਿਵਾਰ ਨੂੰ ਮਿਲਿਆ ਹਾਂ, ਆ ਪਦਾਰਥ ਹਾਸਲ ਕੀਤੇ ਨੇ, ਪਰ ਮੈਂ ਸੰਜੋਗ ਸੱਤਾ 'ਚ ਜੇ ਰੱਬ ਨੂੰ ਚਿਤਾਰਨਾ ਭੁੱਲ ਗਿਆ ਤੇ ਫਿਰ ਅਗਲੇ ਵਿਜੋਗ ਹੋਰ ਤੈਅ ਹੋ ਜਾਣਗੇ। ਹੁਣ ਕੀਤਾ ਕਛੂ ਨਾ ਹੋਵੇ। ਇਸ ਤੋਂ ਬਾਅਦ
ਫਿਰ ਕੁਛ ਨਹੀਂ ਹੋ ਸਕਦਾ। ਹੁਣ ਜੋ ਪ੍ਰਮਾਤਮਾ ਸੰਜੋਗ ਬਿਠਾਏਗਾ ਉਹੀ ਬਣਨਗੇ। ਇਸ ਲਈ ਅਜੇ ਸਮਾਂ ਹੈ। ਸਾਹਿਬ ਉਸ ਨੂੰ ਕਹਿੰਦੇ ਨੇ, ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਅਜੇ ਸਮਾਂ ਹੈ, ਅਜੇ ਉਹ ਤਾਂ ਟਾਈਮ ਨਹੀਂ ਅਪੜਿਆ ਜਿਸ ਨੂੰ ਸਾਹਿਬ ਕਹਿੰਦੇ ਨੇ ਖਿੰਨ ਮੈਂ ਕੌੜੇ ਹੋਏ ਗਏ। ਇਸ ਲਈ ਅਜੇ ਸਮਾਂ ਹੈ, ਅਜੇ ਸਵਰਿਆ ਜਾ ਸਕਦਾ ਹੈ। ਵੱਡਿਆਂ ਭਾਗਾਂ ਸਦਕਾ ਜੇ ਕਿਤੇ ਗੁਰੂ ਦਾ ਦਰ ਮਿਲ ਜਾਏ ਤੇ ਗੁਰੂ ਦੇ ਦਰ ਰਾਹੀਂ ਜੇ ਪ੍ਰਮਾਤਮਾ ਦੇ ਗੁਣ ਗਾਉਣ ਦੀ ਮਨ ਅੰਤਰ ਤਾਂਗ ਛਿੜ ਜਾਏ, ਜਿਸ ਨੂੰ ਪਿਛਲੇ ਮਹੀਨੇ ਦਸਤਾਇਆ ਸੀ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ। ਜੇ ਕਿਤੇ ਉਹ ਤਾਂਗ ਕੰਮ ਕਰਨ ਲੱਗ ਜਾਏ ਤੇ ਗੱਲ ਬਣ ਜਾਏਗੀ। ਫਿਰ ਦੁਬਾਰਾ ਦੁਹਰਾਓ ਕਰ ਰਹੇ ਨੇ, ਦੇਖ ਕਰਮ ਤੇਰੇ ਨੇ, ਕਰਮਾਂ ਦਾ ਕੋਈ ਸਾਥੀ ਨਹੀਂ ਹੋਏਗਾ। ਜੇ ਚੰਗੇ ਕਰੇਂਗਾ ਤੂੰ ਹੋਰਾਂ ਨੂੰ ਵੀ ਤਾਰ ਲੈ ਜਾਏਗਾ, ਮਾੜੇ ਕਰੇਂਗਾ ਤੇ ਤੂੰ ਇਕੱਲਾ ਡੁੱਬੇਂਗਾ। ਐਸਾ ਨਹੀਂ ਵੀ ਤੂੰ ਹੋਰਾਂ ਨੂੰ ਡੋਬ ਲਿਜਾਏਂਗਾ। ਚੰਗਿਆਈਆਂ ਦੇ ਤੇਰੇ ਹੋਰ ਸਾਥੀ ਹੋ ਜਾਣਗੇ, ਜਿਸ ਨੂੰ ਸਾਹਿਬ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਸ਼ੱਕਤ, ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਚੰਗੇ ਤੇ ਹੋਰਾਂ ਨੂੰ ਵੀ ਤਾਰ ਲਿਜਾਂਦੇ ਨੇ, ਮਾੜੇ ਆਪ ਇਕੱਲੇ ਡੁੱਬਦੇ ਨੇ। ਐਸਾ ਕਿਤੇ ਨਹੀਂ ਕਿਹਾ ਵੀ ਤੂੰ ਡੁੱਬਿਆ ਤੇ ਹੋਰ ਵੀ ਡੋਬ ਲਏ। ਸਾਹਿਬ ਕਹਿੰਦੇ ਜੇ ਤੈਨੂੰ ਭਾਗਾਂ ਸਦਕਾ ਗੁਰੂ ਮਿਲ ਪਿਆ ਨਾ, ਆ ਜੀਵਨ 'ਚ ਚੰਗਿਆਈਆਂ ਵਾਲਾ ਜੇ ਪੱਖ ਸੰਭਾਲ ਲਿਆ, ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਸਾਰੇ ਜੀਵਨ ਦੇ ਤੇਰੇ ਦੁੱਖ ਚਲੇ ਜਾਣਗੇ। ਦੁੱਖ ਕਦੋਂ ਆਏ ਸਨ? ਆਪ ਕਹਿੰਦੇ ਸਨ ਪਰਮੇਸ਼ਰ ਤੇ ਭੁੱਲਿਆ। ਰੱਬ ਚੇਤੇ ਆਏਗਾ ਤੇ ਦੁੱਖ ਚਲੇ ਜਾਣਗੇ। ਸਾਹਿਬ ਕਹਿੰਦੇ ਨੇ ਤੇ ਸਿਰਫ ਇਸ਼ਾਰਾ ਹੈ ਪ੍ਰਮਾਤਮਾ ਦਾ। ਦੁੱਖ ਸਿਰਫ ਇਸ਼ਾਰਾ ਹੈ, ਇਸ ਤੋਂ ਵੱਧ ਕੁਛ ਨਹੀਂ ਕਿ ਤੂੰ ਟੁੱਟਿਆ ਹੋਇਆ ਹੈ। ਜੁੜ ਜਾਏਗਾ ਜਦੀ ਹੀ ਚਲੇ ਜਾਣਗੇ, ਸਭ ਵਿਯੋਗ ਚਲੇ ਜਾਣਗੇ। ਇਸ ਲਈ ਆਪ ਕਹਿੰਦੇ ਨੇ ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਹੇ ਮੇਰੇ ਮਾਲਕ ਜੀ, ਬੰਧਨਾਂ ਤੋਂ ਛਡਾਣ ਹਾਰ ਸਤਿਗੁਰੂ ਦਾਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਮੈਨੂੰ ਵੀ ਰੱਖ ਲਓ, ਮੈਂ ਵੀ ਤੇਰੇ ਨਾਲ ਬੜੀ ਵਿਗਾੜੀ ਹੋਈ ਹੈ। ਕਬੀਰ ਸਾਹਿਬ ਕਹਿੰਦੇ ਰਾਖ ਲਿਹੋ ਹਮ ਤੇ ਬਿਗਰੀ, ਸੀਲ ਧਰਮ ਜਬ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ। ਮੇਰੀ ਵੀ ਰੱਖ ਲਿਓ ਇੱਜ਼ਤ, ਮੈਂ ਤੇਰੇ ਨਾਲ ਬੜੀ ਵਿਗਾੜੀ ਹੋਈ ਹੈ। ਮੈਂ ਵੀ ਕੋਈ ਚੰਗਿਆਈਆਂ ਨਹੀਂ ਕੀਤੀਆਂ, ਹੰਕਾਰ 'ਚ ਹੋਰ ਹੋਰ ਰਸਤੇ ਹੀ ਤੁਰਿਆ। ਸਾਹਿਬ ਕਹਿੰਦੇ ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਜੇ ਕਿਤੇ ਕੱਤਕ ਦਾ ਮਹੀਨਾ ਚੰਗਿਆਈਆਂ 'ਚ ਗੁਜ਼ਰ ਜਾਏ, ਸਤ ਸੰਗਤ 'ਚ ਗੁਜ਼ਰ ਜਾਏ, ਤੇ ਤੇਰੇ ਸਭ ਤਕਲੀਫਾਂ ਸੋਚਾਂ ਦੂਰ ਹੋ ਜਾਣਗੀਆਂ। ਜੇ ਕੱਤਕ ਦਾ ਮਹੀਨਾ ਭਗਤੀ 'ਚ ਲੱਗ ਜਾਏ। ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਵੀ ਕਰਮ ਤੇਰੇ ਨੇ, ਚੰਗੇ ਕਰੇਂਗਾ ਤੂੰ ਆਪ ਵੀ ਸਵਰੇਂਗਾ, ਹੋਰਾਂ ਨੂੰ ਵੀ ਸਵਾਰ ਲਏਂਗਾ। ਮੰਦਾ ਕਰੇਂਗਾ ਤੇ ਤੈਨੂੰ ਫਿਰ ਸਾਰੇ ਹੀ ਰੋਗ ਆ ਪਹੁੰਚਣਗੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਤੇਰੀ ਮਰਜ਼ੀ ਹੈ, ਗੁਰੂ ਨੇ ਸਿਰਫ ਇਸ਼ਾਰਾ ਕਰਨਾ, ਉਹ ਕਰ ਰਹੇ। ਤੁਰਨਾ ਅਸੀਂ ਹੈ, ਜਿੱਧਰ ਨੂੰ ਤੁਰਾਂਗੇ ਤੈਸੇ ਫਲ ਮਿਲਦੇ ਜਾਣਗੇ। ਕੱਤਕ ਮਹੀਨੇ ਰਾਹੀਂ ਸਾਹਿਬੇ ਉਪਦੇਸ਼ ਬਖਸ਼ ਰਹੇ ਸਨ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਕਿਰਪਾ ਕਰਨੀ ਜੀ। ਪਿਆਰ ਅਦਬ ਅਤੇ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।